दर आवत जात्यो, हटके नाही कोय। सो दर कैसे छोड़िए, जो दर ऐसा होए। तू चौ सज्जण मैंडिया, देई सिस उतार। नैण महिंजे तरस दे, कद पसी दीदार। धन वाहिगुरु साहिब जी, श्लोक महला दूजा। एह कनेही दात, आपस ते जो पाईਐ। नानक सा करमात, साहिब तुठै जो मिलै। महला दूजा। एह कनेही चाकरी, जित भਉ खसम ना जाए। नानक सेवक कांढीਐ, जे सेती खसम समाए। पौड़ी। नानक अंत ना जापणी, हर ताके पारावार। आप कराए साखती, फिर आप कराए मार। इक ना गली जंजीरियां, इक तुरी चढ़ै बिशियार। आप कराए करे आप, हों कैस्यों करी पुकार। नानक करना जिन कीया, फिर तिस ही करनी सार। आप कराए करे आप, हों कैस्यों करी पुकार। नानक करना जिन कीया, फिर तिस ही करनी सार। ਨੂਰ ਏ ਨਦਰ। ਚਵਰ ਛਤਰ ਤਖਤ ਦੇ ਮਾਲਕ, ਵਲਗੇ ਕੁਲ ਆਲਮ ਸਰਵਰੇ ਕਾਇਨਾਤ। ਬਾਣੀ ਕੇ ਮੁਜਸਮੇ ਸਾਹਿਬੇ ਨੂਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਤਿਗੁਰਾਂ ਦੀ ਮੁਕੱਦਸ ਗੋਦ ਅੰਦਰ ਸਵੇਰ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰਿਓ ਵਡਭਾਗੇ ਹਾਂ। ਅੰਮ੍ਰਿਤ ਬਾਣੀ ਕੇ ਕੀਰਤਨ, ਸਤਿਗੁਰ ਜੀਆਂ ਦਾ ਪਾਵਨ ਮੁੱਖ ਵਾਕ। ਸਾਹਿਬ ਨੇ ਕਿਰਪਾ ਕੀਤੀ, ਅੰਮ੍ਰਿਤਮਈ ਬਾਣੀ ਕੀ ਵਿਚਾਰ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਆਸਾ ਕੀ ਵਾਰ 23ਵੀਂ ਪੌੜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ। ਇਹ ਪਾਠ ਆਪਾਂ ਮੰਗਲ ਰੂਪ 'ਤੇ ਸ਼ਰਵਣ ਕੀਤਾ। 2 ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅੰਗ 475 ਪੁਰ ਸੁਭਾਈਮਾਨ ਨੇ। ਆਓ ਸਾਹਿਬਾਂ ਦੀਆਂ ਇਹਨਾਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਹਜ਼ੂਰ ਦੀ ਇਸ ਪਾਵਨ ਬਾਣੀ ਕੀ ਵਿਚਾਰ ਨਾਲ ਜੁੜੀਏ। ਸਤਿਗੁਰਾਂ ਵੱਲੋਂ ਬਖਸ਼ਿਸ਼ ਫਤਿਹ। ਸਾਹਿਬਾਂ ਨੂੰ ਬਾ ਅਦਬ ਸੀਸ ਝੁਕਾ ਕੇ ਸਾਂਝੀ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਹਿਬ ਕਿਰਪਾ ਕਰਦੇ। ਪੌੜੀ ਨਾਨਕ ਅੰਤ ਨਾ ਜਾਪਣੀ, ਹਰ ਤਾਂ ਕੇ ਪਾਰਾਵਾਰ। ਆਖਿਆ ਉਹ ਜਿਹੜਾ ਪਰਮੇਸ਼ਰ ਪਿਆਰਾ ਵਾਹਿਗੁਰੂ ਹੈ, ਉਹਦਾ ਆਪਾਂ ਅੰਤ ਨਹੀਂ ਪਾ ਸਕਦੇ। ਤੇ ਜਿਹੜੇ ਜਗਿਆਸੂ ਨੇ, ਜਿਹੜੇ ਪਿਆਰੇ ਨੇ, ਜਿਹੜੇ ਭਗਤ ਨੇ, ਸੱਚ ਹੈ ਵੀ ਉਹ ਨਾ ਤੇ ਅੰਤ ਪਾਉਂਦੇ ਨੇ ਤੇ ਨਾ ਉਹ ਗਿਣਤੀਆਂ ਮਿਣਤੀਆਂ ਵਿੱਚ ਪੈਂਦੇ ਨੇ। ਉਹ ਤੇ ਇਹ ਅਰਦਾਸ ਕਰਦੇ ਵੀ ਸਾਹਿਬ, ਜੋ ਕੁਝ ਤੂੰ ਸਾਨੂੰ ਬਖਸ਼ਿਆ ਹੈ, ਜਿਹੜਾ ਦਿਨ ਜਿਹੜਾ ਸਮਾਂ ਤੇਰੀ ਯਾਦ ਵਿੱਚ ਗੁਜ਼ਰ ਰਿਹਾ ਹੈ, ਉਹ ਭਲਾ ਹੈ। ਕਿਉਂਕਿ ਸਾਹਿਬ ਆਖਿਆ ਵੀ ਜੇ ਕੋਈ ਇਸ ਪਾਸੇ ਤੁਰ ਵੀ ਪਏ ਕਿ ਉਹ ਉਹਦੇ ਗੁਣਾਂ ਨੂੰ, ਉਹਦੇ ਵਿਸਥਾਰ ਨੂੰ ਲਿਖ ਸਕਦਾ ਹੈ। ਬਾਬਾ ਕਬੀਰ ਸਾਹਿਬ ਨੇ ਇੱਕ ਬਚਨ ਸਾਡੇ ਸਨਮੁਖ ਰੱਖਿਆ। ਉਹਨਾਂ ਨੇ ਆਖਿਆ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨਰਾਏ। ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ ਤੇ ਜਿੰਨੀ ਬਨਰਾਏ, ਜਿੰਨੀ ਬਨਸਪਤੀ ਹੈ, ਉਹ ਸਾਰੀ ਬਨਸਪਤੀ ਦੀਆਂ ਮੈਂ ਕਲਮਾਂ ਕੱਢ ਲਵਾਂ। ਹੁਣ ਇਹ ਸਾਰਾ ਕੁਝ ਬਣਾ ਕੇ ਰੱਖ ਕੇ ਆਖਿਆ ਫਿਰ ਕਾਗਜ਼ ਚਾਹੀਦਾ ਹੈ। ਬਸਦਾ ਕਾਗਜ਼ ਜੋ ਕਰੋ। ਫਿਰ ਆਖਿਆ ਜਿਹੜੀ ਬਸਦਾ ਹੈ ਧਰਤੀ ਹੈ, ਮੈਂ ਉਹਦਾ ਕਾਗਜ਼ ਬਣਾਵਾਂ। ਧਰਤੀ ਦਾ ਮੇਰੇ ਕੋਲ ਕਾਗਜ਼ ਹੋਵੇ ਤੇ ਬਨਸਪਤੀ ਦੀਆਂ ਮੇਰੇ ਕੋਲ ਕਲਮਾਂ ਹੋਣ ਤੇ ਸੱਤਾਂ ਸਮੁੰਦਰਾਂ ਦੀ ਸਿਆਹੀ ਹੋਵੇ। ਉਹਨਾਂ ਨੇ ਅੱਗੇ ਬਖਸ਼ਿਸ਼ ਕੀਤੀ, ਹਰ ਜਸ ਲਿਖਣ ਨਾ ਜਾਏ, ਹਰ ਜਸ ਲਿਖਣ ਨਾ ਜਾਏ। ਆਖਿਆ ਉਸ ਪਿਆਰੇ ਦਾ ਜਸ ਵਡਿਆਈ ਉਹਨੂੰ ਫਿਰ ਵੀ ਲਿਖ ਨਹੀਂ ਸਕਦੇ। ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ, ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਇੱਕ ਜ਼ੁਬਾਨ ਹੈ ਤੇ ਤੇਰੇ ਜਿਹੜੇ ਗੁਣ ਨੇ ਸੱਚੇ ਪਾਤਸ਼ਾਹ, ਉਹ ਬੇਅੰਤ ਨੇ, ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਫਿਰ ਸਤਿਗੁਰਾਂ ਦੇ ਕੋਲੋਂ ਪੁੱਛੀਏ, ਮਹਾਰਾਜ ਸਾਡੇ ਵਾਸਤੇ ਕੀ ਹੁਕਮ ਹੈ? ਆਖਿਆ ਜਿਹੜਾ ਸਮਾਂ, ਜਿਹੜਾ ਵਕਤ ਉਹਦੀ ਯਾਦ ਵਿੱਚ ਗੁਜ਼ਰ ਜਾਏ, ਉਹਦਾ ਸ਼ੁਕਰਾਨਾ ਕਰਿਆ ਕਰ ਵੀ ਸਾਹਿਬ ਤੂੰ ਕਿਰਪਾ ਕੀਤੀ, ਇਹ ਸਮਾਂ ਤੇਰੀ ਯਾਦ ਵਿੱਚ ਗੁਜ਼ਰਿਆ। ਤੇ ਜਦੋਂ ਸਵੇਰ ਵੇਲੇ ਉੱਠਿਆ, ਉਸ ਵੇਲੇ ਜਿਸ ਮਾਲਕ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਹੈ, ਉਹਦਾ ਨਾਂ ਜਪਿਆ ਕਰ, ਉਹਦਾ ਸ਼ੁਕਰ ਕਰਿਆ ਕਰ। ਵੱਡੜੇ ਝਾਲ ਚਲੁੰਬਲੇ ਨਾਵੜਾ ਲਈਏ ਕਿਸ, ਨਾਉ ਲਈਏ ਪਰਮੇਸ਼ਰੇ ਭੰਨਣ ਘੜਨ ਸਮਰੱਥ। ਹਜ਼ੂਰ ਆਖਿਆ ਪਰਮੇਸ਼ਰ ਦਾ, ਪਿਆਰੇ ਦਾ ਨਾਂ ਜਪੀਏ ਜਿਹੜਾ ਭੰਨਣ ਤੇ ਘੜਨ ਦੇ ਸਮਰੱਥ ਹੈ। ਜਦੋਂ ਸਵੇਰ ਵੇਲੇ ਉੱਠੀਏ ਤੇ ਵੇਖੋ ਸਾਡੇ ਗੁਰਸਿੱਖਾਂ ਦੇ ਜੀਵਨ ਦੀ ਚੜ੍ਹਦੀ ਕਲਾ, ਉਹ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰੇ, ਉਹ ਉਹਦੇ ਭਾਣੇ ਤੇ ਰਜ਼ਾ ਵਿੱਚ ਰਹੇ। ਇੱਕ ਨਿਹੰਗ ਸਿੰਘ ਨੂੰ ਕਿਸੇ ਸਵਾਲੀਏ ਨੇ ਪੁੱਛਿਆ, ਉਹ ਕਹਿਣ ਲੱਗਾ, ਬਾਬਾ ਜੀ ਜਦੋਂ ਕੋਈ ਮ੍ਰਿਤਕ ਚੜ੍ਹਾਈ, ਜਦੋਂ ਕੋਈ ਮ੍ਰਿਤਕ ਹੁੰਦਾ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ, ਉਸ ਵੇਲੇ ਸੋਹਿਲਾ ਸਾਹਿਬਾਣੀ ਦਾ ਪਾਠ ਕੀਤਾ ਜਾਂਦਾ ਹੈ। ਆਖਿਆ ਜੀ ਮਰਿਆਦਾ ਹੈ, ਪਰ ਤੁਸਾਂ ਇਹ ਵੀ ਜ਼ਿਕਰ ਕੀਤਾ ਵੀ ਰਾਤ ਨੂੰ ਸੌਣ ਤੋਂ ਪਹਿਲਾਂ
ਸੋਲ੍ਹਾ ਸਾਹਿਬ ਬਾਣੀ ਦਾ ਪਾਠ ਹਰ ਇੱਕ ਸਿੱਖ ਕਰੇ। ਉਹਨਾਂ ਨੇ ਫਿਰ ਬੜਾ ਪਿਆਰਾ ਜਵਾਬ ਦਿੱਤਾ। ਉਹ ਕਹਿੰਦੇ ਅਸੀਂ ਇਹ ਪ੍ਰਵਾਨ ਕਰਕੇ ਸੌਂਦੇ ਹਾਂ ਵੀ ਜੇ ਮਾਲਕ ਦੀ ਰਜ਼ਾ ਪਾਣਾ ਹੋਇਆ ਤੇ ਸਵੇਰੇ ਉਠਾ ਲਏਗਾ, ਨਹੀਂ ਤੇ ਇਸ ਜੀਵਨ ਦੀ ਕੋਈ ਬਹੁਤੀ ਆਸ ਨਹੀਂ, ਕਿਉਂਕਿ ਪਿਆਰੇ ਨੇ ਆਖਿਆ ਇਹ ਇੱਕ ਛਿਨ ਦਾ ਹੈ, ਇੱਕ ਸਵਾਸ ਦਾ ਹੈ, ਇਹਦੇ ਤੋਂ ਵੱਡੀ ਹੋਰ ਕੋਈ ਖੇਡ ਨਹੀਂ। ਅਸੀਂ ਉਹਦੇ ਭਾਣੇ 'ਚ ਉਹਦੀ ਰਜ਼ਾ ਵਿੱਚ ਇਹ ਜੀਵਨ ਬਸਰ ਕਰਨਾ ਹੈ। ਹਰ ਤਾਂ ਕੇ ਪਾਰਾਵਾਰ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪ ਕਰਾਏ ਸਾਖਤੀ, ਫਿਰ ਆਪ ਕਰਾਏ ਮਾਰ। ਇਸ ਗੱਲ ਨੂੰ ਸਮਝ ਗਏ ਵੀ ਉਹ ਸਤਿਗੁਰ ਸੱਚੇ ਪਾਤਸ਼ਾਹ ਤਾੜਨਾ ਕਰਦਾ ਹੈ, ਸੁਚੇਤ ਕਰਦਾ ਹੈ। ਤੇ ਜਦੋਂ ਉਹਨੇ ਤਾੜਨਾ ਕੀਤੀ, ਉਹਨੇ ਆਖਿਆ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਏ। ਐਸੇ ਰਾਹ ਤੇ ਨਾ ਤੁਰ, ਐਸਾ ਕੰਮ ਕਦੇ ਵੀ ਨਾ ਕਰ ਜਿਹਦੇ ਕਰਕੇ ਤੈਨੂੰ ਪਛਤਾਵਾ ਕਰਨਾ ਪਏ। ਤੇ ਜੇ ਉਹਦੀ ਤਾੜਨਾ ਤੋਂ ਬਾਅਦ ਵੀ ਆਪਾਂ ਉਸ ਕਰਮ ਵੱਲ ਝੁਕਾਅ ਰੱਖਦੇ ਹਾਂ ਤੇ ਸਾਧ ਸੰਗਤ ਫਿਰ ਆਖਿਆ ਉਹਦੀ ਅੱਗੇ ਸਜ਼ਾ ਹੈ, ਅੱਗੇ ਮਾਰ ਹੈ। ਕਿਉਂਕਿ ਦੋਵੇਂ ਚੀਜ਼ਾਂ ਦਾ ਜ਼ਿਕਰ ਹੁੰਦਾ ਨਾ। ਭਾਵੇਂ ਤੁਸੀਂ ਕਾਨੂੰਨਨ ਤੌਰ ਤੇ ਵੇਖ ਲਓ, ਕੋਈ ਅਪਰਾਧੀ ਹੈ ਤੇ ਉਹਨੂੰ ਆਖਿਆ ਵੀ ਤਾੜਨਾ ਕਰਕੇ ਛੱਡ ਦਿੱਤਾ, ਵੀ ਇਸ ਵਾਰ ਤੈਨੂੰ ਛੱਡ ਦਿੱਤਾ ਪਰ ਅੱਗੇ ਤੋਂ ਐਸਾ ਕਰਮ ਨਾ ਕਰੀ। ਪਰ ਜਦੋਂ ਉਹ ਬਾਜ਼ ਨਹੀਂ ਆਉਂਦਾ, ਫਿਰ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਫਿਰ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ। ਹੁਣ ਇਹ ਬਚਨ ਨੂੰ ਸਮਝੀਏ। ਆਖਿਆ ਉਹ ਸਾਨੂੰ ਤਾੜਨਾ ਕਰਦਾ ਹੈ। ਜਦੋਂ ਕਿਤੇ ਬੁਰੇ ਪਾਸੇ ਵੱਲ ਪੈਰ ਧਰੀਏ, ਇੱਕ ਆਵਾਜ਼ ਅੰਦਰੋਂ ਆਉਂਦੀ ਹੈ ਵੀ ਇਹ ਕਰਮ ਮਨੁੱਖ ਤੇਰੇ ਕਰਨ ਵਾਲਾ ਨਹੀਂ ਹੈ। ਪਰ ਜੇ ਉਹ ਔਗਣ, ਜੇ ਉਹ ਬੁਰਾਈ ਪ੍ਰਬਲ ਹੈ, ਫਿਰ ਉਸ ਪਾਸਿਓਂ ਬੰਦਾ ਰੁਕਦਾ ਨਹੀਂ। ਤੇ ਮਹਾਰਾਜ ਕਹਿੰਦੇ ਫਿਰ ਅੱਗੇ ਮਾਰ ਹੈ, ਸਜ਼ਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹਦਿਆਂ ਸਾਹਿਬ ਨੇ ਇਹ ਬਚਨ ਬੀਬੀ ਅਮਰੋ ਜੀ ਦੇ ਮੁਖ ਤੋਂ ਸੁਣਿਆ। ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਇੱਕ ਬਚਨ ਜੀਵਨ ਬਦਲ ਦਿੰਦਾ ਜੇ ਉਹਨੂੰ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਸੁਣਿਆ ਹੋਵੇ। ਉਸ ਪਾਸੇ ਨਾ ਜਾਈਏ, ਉਹ ਘਾਲਣਾ ਨਾ ਘਾਲੀਏ ਜਿਹਦੇ ਨਾਲ ਸਾਨੂੰ ਪਛਤਾਵਾ ਕਰਨਾ ਪਏ। ਆਖਿਆ ਸਾ ਘਾਲ ਬੁਰੀ ਕਿਉਂ ਘਾਲੀਏ। ਉਹ ਮਾਲਕ ਪਰਮੇਸ਼ਰ ਦੀ ਰਜ਼ਾ ਵਿੱਚ, ਭਾਣੇ ਵਿੱਚ ਦੋਵੇਂ ਚੀਜ਼ਾਂ ਨੇ। ਕਿਉਂਕਿ ਇਹ ਇਸੇ ਤਰ੍ਹਾਂ ਇਹਦਾ, ਇਸ ਬਾਣੀ ਦਾ, ਇਸ ਪੌੜੀ ਦਾ ਪ੍ਰਸੰਗ ਚੱਲੇਗਾ ਜਿੱਥੇ ਦੋਵੇਂ ਚੀਜ਼ਾਂ ਦਾ ਜ਼ਿਕਰ ਹੋਏਗਾ। ਇਸ ਕਰਕੇ ਆਪਾਂ ਇਸ ਨੁਕਤੇ ਨੂੰ ਸਮਝ ਲਈਏ। ਰਾਜ ਭਾਗ ਹੈ, ਉੱਥੇ ਦੋਵੇਂ ਚੀਜ਼ਾਂ ਨੇ। ਜਿਹੜੇ ਬੰਦੇ ਉਸ ਰਿਆਇਆ ਅੰਦਰ ਰਹਿੰਦਿਆਂ ਹੋਇਆਂ ਉਸ ਕਾਨੂੰਨ ਦੀ ਪਾਲਣਾ ਕਰਦੇ ਆ, ਤਤਪਰ ਰਹਿੰਦੇ ਆ, ਚੰਗਾ ਕਰਦੇ ਆ, ਉਹਨਾਂ ਨੂੰ ਸਨਮਾਨ ਮਿਲਦਾ। ਜਿਹੜੇ ਉਸ ਕਾਨੂੰਨ ਦੀ ਉਲੰਘਣਾ ਕਰਦੇ ਆ, ਮਰਜ਼ੀ ਕਰਦੇ ਆ, ਕੋਈ ਉੱਥੇ ਵਿਗਾੜ ਪੈਦਾ ਕਰਦੇ ਆ, ਤੇ ਉਸੇ ਰਾਜ ਅੰਦਰ ਉਹਨੂੰ ਸਜ਼ਾ ਮਿਲਦੀ ਹੈ। ਹੁਣ ਇਹ ਦੋਵੇਂ ਚੀਜ਼ਾਂ ਹੀ ਉਸ ਮਾਲਕ ਪਰਮੇਸ਼ਰ ਦੇ ਹੁਕਮ ਤੇ ਭਾਣੇ ਵਿੱਚ ਚੱਲਦੀਆਂ ਨੇ। ਜੇ ਤਾੜਨਾ ਤੋਂ ਬਾਅਦ ਵੀ ਸੁਚੇਤ ਨਾ ਹੋਏ, ਆਖਿਆ ਫਿਰ ਅੱਗੇ ਮਾਰ ਹੈ। ਇੱਕ ਨਾ ਗੜੀ ਜੰਜੀਰੀਆਂ,
ਇੱਕ ਤੁਰੀ ਚੜ੍ਹੈ ਵਿਸਿਆਰ। ਇੱਕ ਨਾਂ ਦੇ ਗਲ ਵਿੱਚ ਜ਼ੰਜੀਰਾਂ ਪਈਆਂ ਹੋਈਆਂ ਨੇ, ਬੇੜੀਆਂ ਪਈਆਂ ਹੋਈਆਂ। ਕਦੇ ਉਹਨਾਂ ਨੂੰ ਕਿਸੇ ਪਾਸੇ ਧੂ ਕੇ ਲੈ ਗਏ, ਕਦੇ ਕਿਸੇ ਪਾਸੇ, ਕਿਉਂਕਿ ਅਪਰਾਧੀ ਹੈ ਨਾ। ਉਹ ਤਾੜਨਾ ਕਰਨ ਤੋਂ ਬਾਅਦ ਵੀ ਉਸ ਮਾੜੇ ਕਰਮ ਤੋਂ ਹਟਿਆ ਨਹੀਂ, ਇਸ ਕਰਕੇ ਉਹਨੂੰ ਸਜ਼ਾ ਮਿਲ ਰਹੀ ਹੈ। ਹੁਣ ਆਖਿਆ ਇੱਕ ਤੁਰੀ ਚੜ੍ਹੇ ਵਿਸਿਆਰ। ਤੁਰਕਾਣ ਦੇਸ਼ ਦੀ ਤੁਰੀ ਭਾਵ ਚੰਗੇ ਘੋੜੇ ਦੀ ਸਵਾਰੀ, ਚੰਗੀਆਂ ਸਹੂਲਤਾਂ, ਸੁੱਖ। ਇੱਕ ਪਾਸੇ ਗਲ ਵਿੱਚ ਜੰਜੀਰਾਂ ਨੇ ਤੇ ਦੂਜੇ ਪਾਸੇ ਸਾਧ ਸੰਗਤ, ਮਾਨ ਸਨਮਾਨ ਹੈ, ਸਲਾਮਾਂ ਹੁੰਦੀਆਂ ਨੇ। ਆਪ ਕਰਾਏ ਕਰੇ ਆਪ। ਹੁਣ ਉਸ ਮਾਲਕ ਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ। ਉਹਦੇ ਕਵਾਓ ਤੋਂ, ਉਹਦੇ ਹੁਕਮ ਤੋਂ ਉਤਪਤੀ ਹੋਈ ਹੈ। ਹਉ ਕੈਸਿਉ ਕਰੀ ਪੁਕਾਰ। ਤੇ ਜਿਹੜਾ ਪ੍ਰਸ਼ਨ ਸਾਡੇ ਮਨ ਵਿੱਚ ਆਏਗਾ ਨਾ ਕਿ ਫਿਰ ਕੀ ਕਰੀਏ, ਕਿਹਦੇ ਅੱਗੇ ਪੁਕਾਰ ਕਰੀਏ। ਜੇ ਉਹਨੇ ਚੰਗਾ ਸਾਡੇ ਤੋਂ ਕਰਾਉਣਾ ਤੇ ਚੰਗਾ ਕਰਾ ਲੈਣਾ, ਜੇ ਉਹਨੇ ਸਾਡੇ ਤੋਂ ਮਾੜਾ ਕਰਾਉਣਾ ਤੇ ਉਹਨੇ ਆਪ ਹੀ ਕਰਾਉਣਾ, ਮੈਂ ਤੇ ਨਹੀਂ ਕੀਤਾ। ਫਿਰ ਫਰਿਆਦ ਕਿਹਦੇ ਅੱਗੇ ਕਰਨੀ ਹੈ? ਜਿਹੜਾ ਪ੍ਰਸ਼ਨ ਸਾਡੇ ਮਨ ਵਿੱਚ ਆਉਣਾ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸ ਬਚਨ ਦਾ ਜ਼ਿਕਰ ਆਪ ਆਪਣੀ ਰਸਨਾ ਤੋਂ ਕੀਤਾ। ਸਾਹਿਬ ਆਖਿਆ ਫਿਰ ਪੁਕਾਰ ਕਿਹਦੇ ਅੱਗੇ ਕਰੀਏ, ਫਿਰ ਫਰਿਆਦੀ ਕਿਹਦੇ ਅੱਗੇ ਹੋਈਏ, ਕਿਉਂਕਿ ਉਹਨੇ ਚੰਗਾ ਵੀ ਕਰਵਾਇਆ ਤੇ ਉਹਨੇ ਮਾੜਾ ਵੀ ਕਰਵਾਇਆ। ਫਿਰ ਫਰਿਆਦ ਕਿਹਦੇ ਅੱਗੇ ਲੈ ਕੇ ਜਾਈਏ, ਕਿਹਦੇ ਅੱਗੇ ਅਰਜ਼ ਕਰੀਏ? ਸਾਹਿਬ ਆਖਿਆ ਨਾਨਕ ਕਰਨਾ ਜਿਨ ਕੀਆ। ਸਮਝ ਗਏ ਵੀ ਕਰਨਾ ਭਾਵ ਪ੍ਰਪੰਚ। ਉਸ ਮਾਲਕ ਨੇ ਇਹ ਪ੍ਰਪੰਚ ਰਚਾਇਆ ਹੋਇਆ ਹੈ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਜਿਹੜਾ ਸੰਸਾਰ ਰੂਪੀ ਬਿਰਖ ਹੈ, ਇਹਨੂੰ ਦੋਵੇਂ ਫਲ ਲਾਏ ਨੇ, ਅੰਮ੍ਰਿਤ ਵੀ ਤੇ ਜ਼ਹਿਰ ਵੀ। ਇਹ ਪ੍ਰਪੰਚ ਹੈ, ਇਹ ਉਸ ਪਿਆਰੇ ਦੀ ਉਤਪਤੀ ਹੈ। ਪਰ ਆਖਿਆ ਜੀਵਾਂ ਨੂੰ ਸੋਝੀ ਦਿੱਤੀ ਹੈ ਕਿ ਉਹ ਆਪਣੇ ਹਿਸਾਬ ਨਾਲ ਇਹਨਾਂ ਵਿੱਚੋਂ ਕੁਝ ਚੁਣ ਲੈਣ, ਤੇ ਸੰਸਾਰੀ ਬਿਰਤੀ ਹੈ। ਇਸ ਕਰਕੇ ਆਖਿਆ ਵੀ ਅੰਮ੍ਰਿਤ ਛੱਡ ਕੇ ਆਪਾਂ ਜ਼ਹਿਰ ਵਾਲੇ ਪਾਸੇ ਝੁਕਾ ਰੱਖਦੇ ਹਾਂ। ਜ਼ਹਿਰ ਵਾਲੇ ਪਾਸੇ ਝੁਕਾ ਤਾਂ ਰੱਖਦੇ ਹਾਂ ਕਿਉਂਕਿ ਉਹਦੇ ਵਿੱਚੋਂ ਰਸ ਆਉਂਦਾ ਹੈ, ਤੇ ਜਿਹੜਾ ਅੰਮ੍ਰਿਤ ਵਿੱਚੋਂ ਰਸ ਆਉਣਾ, ਉਹਦੇ ਵਾਸਤੇ ਸਾਡੀ ਤਿਆਰੀ ਨਹੀਂ ਹੁੰਦੀ। ਦੂਜੇ ਵਾਸਤੇ ਖੇਤ ਤਿਆਰ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕਰਮ ਵਾਲੇ ਪਾਸੇ ਤੁਰਨ ਵਾਸਤੇ ਦੌੜ ਕੇ ਜਾਂਦੇ ਹਾਂ, ਭੱਜ ਕੇ ਜਾਂਦੇ ਹਾਂ। ਤੇ ਜਦੋਂ ਪਰਮੇਸ਼ਰ ਦੀ ਬੰਦਗੀ, ਮਾਲਿਕ ਦੇ ਨਾਮ ਦੀ ਵਡਿਆਈ ਦਾ ਜ਼ਿਕਰ ਆਵੇ, ਫਿਰ ਬੰਦਾ ਆਲਸ ਕਰਦਾ, ਫਿਰ ਆਲਸੀ ਹੁੰਨੇ ਆ। ਉਹਨੇ ਸੰਸਾਰ ਬਿਰਖ ਨੂੰ ਦੋਵੇਂ ਫਲ ਲਾਏ ਆ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਹਨਾਂ ਸਵਈਆਂ ਚੋਂ ਇਹ ਬਚਨ ਆਪਾਂ ਪੜ੍ਹਦੇ, ਸਾਡੀ ਰਸਨਾ ਤੇ ਵੀ ਹੈ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਆਖਿਆ ਸਤਿਗੁਰ ਜੀ, ਅਸੀਂ ਔਗਣਾਂ ਨਾਲ ਭਰੇ ਹੋਏ ਆ। ਸਾਡੇ ਵਿੱਚ ਇੱਕ ਵੀ ਗੁਣ ਤੇਰੇ ਵਾਲਾ ਨਹੀਂ ਹੈ।
ਅਸੀਂ ਅੰਮ੍ਰਿਤ ਛੱਡਦੇ ਹਾਂ ਤੇ ਜ਼ਹਿਰ ਵਾਲੇ ਪਾਸੇ ਤੁਰਦੇ ਹਾਂ। ਅੱਗੇ ਆਖਿਆ ਫਿਰ ਕੀ ਕਰੀਏ, ਕਿਹਦੇ ਅੱਗੇ ਪੁਕਾਰ ਕਰੀਏ, ਕਿਹਦੇ ਅੱਗੇ ਅਰਦਾਸ ਕਰੀਏ। ਨਾਨਕ ਕਰਨਾ ਜਿਨ ਕੀਆ, ਜਿਸ ਪਿਆਰੇ ਨੇ ਇਹ ਸਾਰਾ ਪ੍ਰਪੰਚ ਬਣਾਇਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਹ ਉੱਤਮ ਪੰਥ, ਪੰਥ ਕਹਿੰਦੇ ਰਸਤੇ ਨੂੰ, ਗੁਰੂ ਕੀ ਸੰਗਤ ਹੈ। ਜਿੱਥੇ ਜਦੋਂ ਮਿਲਾਪ ਹੋਇਆ ਉੱਥੇ ਫਿਰ ਜਮਾਂ ਦੀ ਤਰਾਸ, ਵਿਕਾਰਾਂ ਦਾ ਡਰ, ਖੌਫ ਜਿਹੜਾ ਸੀ ਉਹ ਮੁੱਕ ਗਿਆ। ਇੱਕ ਅਰਦਾਸ ਪਾਟ ਕੀ ਰਤ ਕੀ, ਇੱਕ ਅਰਦਾਸ ਪਾਟ ਕੀ ਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਰਾਖੋ ਸ਼ਰਨਾਈ, ਰਾਖੋ ਸ਼ਰਨਾਈ। ਰਾਖੋ ਸ਼ਰਨਾਈ, ਰਾਖੋ ਸ਼ਰਨਾਈ। ਨਾਨਕ ਕਰਨਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਇਹਦੀ ਸ਼ਰਨ ਵਿੱਚ ਹੀ ਭਲਾ ਹੋਣਾ, ਇਸੇ ਨੇ ਸਾਰ ਕਰਨੀ, ਇਸੇ ਨੇ ਸੰਭਾਲ ਕਰਨੀ ਹੈ। ਜਿਸ ਮਾਲਕ ਨੇ, ਜਿਸ ਪਿਆਰੇ ਨੇ ਇਹ ਸਾਰਾ ਪ੍ਰਪੰਚ ਜਿਹੜਾ ਉਹ ਸਹਿਬ ਕਹਿੰਦੇ ਰਚਾਇਆ ਹੋਇਆ ਹੈ। ਸ਼ਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ, ਆਪਸ ਤੇ ਜੋ ਪਾਈਐ। ਮਹਾਰਾਜ ਕਹਿੰਦੇ ਕੋਈ ਐਸੀ ਦਾਤ ਹੈ ਜਿਹੜੀ ਬੰਦਾ ਆਖੇ ਮੈਂ ਆਪਣੇ ਸ਼ਰਮ, ਆਪਣੀ ਘਾਲਣਾ, ਆਪਣੀ ਮਿਹਨਤ ਨਾਲ ਬਣਾਈ ਹੈ, ਮੈਂ ਪ੍ਰਾਪਤ ਕੀਤੀ ਹੈ। ਕੋਈ ਐਸੀ ਚੀਜ਼ ਹੈ ਬੰਦੇ ਕੋਲ? ਤੇ ਜੇ ਐਸਾ ਹੁੰਦਾ ਫਿਰ ਇਹ ਪ੍ਰਵਾਨ ਕਰ ਲੈਂਦਾ ਵੀ ਜੇ ਬਣਾਇਆ ਮੈਂ ਹੈ ਤੇ ਵਿਗਾੜਿਆ ਵੀ ਮੈਂ ਹੈ। ਪਰ ਜੋ ਕੁਝ ਹਾਸਲ ਕੀਤਾ ਉੱਥੇ ਤੇ ਆਖਿਆ ਜੀ ਮੈਂ ਕੀਤਾ ਹੈ, ਤੇ ਜੇ ਕੋਈ ਵਿਗਾੜ ਪੈਦਾ ਹੋਇਆ ਤੇ ਆਖਿਆ ਵੀ ਗੁਰੂ ਨੇ, ਮਾਲਕ ਨੇ ਮੇਰੇ ਨਾਲ ਇੱਦਾਂ ਕੀਤਾ। ਕੀਤੇ ਕੋ ਮੇਰੇ ਸਮਾਨੇ, ਮੇਰ ਪਰਬਤ ਵਰਗਾ ਵੱਡਾ ਹੰਕਾਰ ਮਨ ਵਿੱਚ ਆਉਂਦਾ ਵੀ ਮੈਂ ਆਹ ਬਣਾਇਆ ਜੀ, ਆਹ ਇੰਨਾ ਵੱਡਾ ਕਾਰੋਬਾਰ ਉਹ ਸਟੈਂਡ ਕੀਤਾ, ਇੰਨਾ ਕੁਝ ਬਣਾਇਆ, ਘਰ ਬਣਾਇਆ। ਉਹਨੂੰ ਫਿਰ ਬੰਦਾ ਵਧਾ ਚੜਾ ਕੇ ਦੱਸਦਾ ਹੈ। ਜਦੋਂ ਕੋਈ ਮਿਲੇ ਉਚੇਚਾ ਜ਼ਿਕਰ ਕਰੇਗਾ, ਹਰੇਕ ਚੀਜ਼ ਦਾ ਵਿਸਥਾਰ ਕਰਕੇ ਦੱਸੇਗਾ। ਆ ਇੱਥੋਂ ਆਈ ਹੈ, ਇੰਨਾ ਪੈਸਾ ਲੱਗਾ, ਇੰਨਾ ਕੁਝ ਹੋਇਆ। ਹੁਣ ਮਹਾਰਾਜ ਕਹਿੰਦੇ ਮਾਨਸਿਕਤਾ ਹੈ। ਕੀਤੇ ਕੋ ਮੇਰੇ ਸਮਾਨੇ, ਕਰਨਹਾਰ ਤ੍ਰਿਣ ਜਾਣੇ। ਜਿਸ ਪਿਆਰੇ ਨੇ ਕੀਤਾ, ਜਿਸ ਨੇ ਇੱਥੋਂ ਤੱਕ ਪਹੁੰਚਾਇਆ, ਉਹਨੂੰ ਆਖਿਆ ਤ੍ਰਿਣ ਵਰਗਾ ਹੈ, ਘਾਹ ਦੀ ਜੜ ਵਰਗਾ ਹੈ। ਤੇ ਜਦੋਂ ਕਿਤੇ ਐਸਾ ਵਾਪਰਦਾ ਹੈ, ਮਹਾਰਾਜ ਕਹਿੰਦੇ ਫਿਰ ਇਹ ਚੇਤਾ ਰੱਖੀਏ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ।
ਦੇਖੈ ਦੇਖੈ ਸੁਣੇ ਬੋਲੇ, ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ। ਮਾਇਆ ਗਈ, ਆਖਿਆ ਫਿਰ ਰੋਣ ਲੱਗ ਪਿਆ। ਜਦੋਂ ਕੁਝ ਪ੍ਰਾਪਤੀ ਹੋਈ ਤੇ ਹੰਕਾਰ ਵਿੱਚ ਆਇਆ, ਗਰਭ ਕੀਤਾ। ਇਹ ਆਖਿਆ ਵੀ ਮੈਂ ਕੀਤਾ ਹੈ, ਇਹ ਮੈਂ ਬਣਾਇਆ। ਜਦੋਂ ਕੁਛ ਖੁੱਸਿਆ, ਹੱਥ ਵਿੱਚੋਂ ਗਿਆ ਤੇ ਆਖਿਆ ਉਹਨੇ ਕੀਤਾ ਹੈ, ਮੇਰੇ ਨਾਲ ਐਸਾ ਮਾਲਕ ਨੇ ਕੀਤਾ ਹੈ। ਉਹ ਕਿਹੜੀ ਦਾਤ ਹੈ ਜਿਹੜੀ ਬੰਦਾ ਆਪਣੇ ਯਤਨਾਂ ਕਰਕੇ ਪ੍ਰਾਪਤ ਕਰ ਸਕਦਾ? ਸਾਹਿਬ ਕਹਿੰਦੇ ਦਾਤ ਤੇ ਉਹ ਹੈ ਜਿਹੜੀ ਉਹਦੀ ਬਖਸ਼ਿਸ਼ ਵਿੱਚੋਂ ਮਿਲੇ, ਜਿਹੜੀ ਦਾਤ ਉਹਦੀਆਂ ਰਹਿਮਤਾਂ ਵਿੱਚੋਂ ਮਿਲੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ। ਮਹਾਰਾਜ ਇੱਕ ਜਦੋਂ ਨਦੀ ਦੇ ਕੰਢੇ 'ਤੇ ਤੁਰੇ ਜਾਂਦੇ ਆ, ਇੱਕ ਛੋਟਾ ਜਿਹਾ ਪੱਥਰ ਉਹਨਾਂ ਦੇ ਹੱਥ ਵਿੱਚ, ਉਹ ਕਦੇ ਇਸ ਹੱਥ ਵਿੱਚ ਆ ਜਾਂਦਾ, ਕਦੇ ਦੂਜੇ ਹੱਥ ਵਿੱਚ। ਮਹਾਰਾਜ ਉਹ ਨਦੀ 'ਚ ਸੁੱਟ ਦਿੰਦੇ ਆ। ਪੱਥਰ ਸੀ ਡੁੱਬ ਗਿਆ। ਸਿੱਖਾਂ ਨੂੰ ਪੁੱਛਿਆ ਕਿਉਂ ਡੁੱਬਿਆ? ਕੋਈ ਆਖੇ ਜੀ ਪਾਣੀ ਵਿੱਚ ਪੱਥਰ ਤੈਰਦਾ ਨਹੀਂ, ਡੁੱਬ ਗਿਆ। ਪੱਥਰ ਭਾਰਾ ਹੁੰਦਾ ਇਸ ਕਰਕੇ ਡੁੱਬ ਗਿਆ। ਭਾਈ ਨੰਦ ਲਾਲ ਕਿਉਂ ਡੁੱਬਿਆ? ਵੇਖੋ ਕਿੰਨਾ ਭਰੋਸਾ ਹੋਏਗਾ। ਆਖਿਆ ਮਹਾਰਾਜ ਸੱਚੇ ਪਾਤਸ਼ਾਹ, ਇਹ ਉਦੋਂ ਤੱਕ ਨਹੀਂ ਸੀ ਡੁੱਬਿਆ ਜਦੋਂ ਤੱਕ ਤੁਹਾਡੇ ਹੱਥ ਵਿੱਚ ਸੀ। ਜਦੋਂ ਇਹ ਤੁਹਾਡੇ ਹੱਥ ਵਿੱਚੋਂ ਛੁੱਟ ਗਿਆ, ਮਹਾਰਾਜ ਡੁੱਬ ਗਿਆ। ਜਦੋਂ ਤੱਕ ਅਸੀਂ ਪਿਆਰੇ ਦੀ ਸ਼ਰਨ ਵਿੱਚ ਹਾਂ, ਉਦੋਂ ਤੱਕ ਅਸੀਂ ਤਰੇ ਹਾਂ, ਉਦੋਂ ਤੱਕ ਸਾਡਾ ਉਧਾਰ ਹੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਜੇ ਇਹ ਸਾਗਰ ਤਰਿਆ ਤੇ ਆਖਿਆ ਸਾਧੂ ਦੀ ਸੰਗਤ ਕਰਨ ਨਾਲ ਤਰਿਆ ਹੈ। ਇਹ ਨਿਰਭਉ ਨਾਮ ਹੈ, ਜਿਸ ਨੂੰ ਜਪਦਿਆਂ ਜੀਵਨ ਵਿੱਚ ਹਰ ਰੰਗ ਆਉਂਦਾ ਹੈ। ਨਾਨਕ ਸਾਗਰ ਮਾਤ, ਹੇ ਨਾਨਕ, ਉਸ ਮਾਲਕ ਦੀ ਇਹ ਕਰਾਮਾਤ ਹੈ। ਕਰਾਮਾਤ ਸ਼ਬਦ ਸਾਡੇ ਸਾਹਮਣੇ ਆਵੇ। ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਕਤ ਤੋਂ ਪਹਿਲਾਂ ਜਿਹੜੇ ਕਰਾਮਾਤ ਦਾ ਜ਼ਿਕਰ ਕਰਦੇ, ਉਹ ਇਹ ਜੋ ਕੇਵਲ ਕੋਈ ਇੱਕ ਵਿਸ਼ੇਸ਼ ਤੌਰ 'ਤੇ ਕਰ ਸਕਦਾ, ਜਿਹੜਾ ਸਾਡੇ ਮੰਨਣ ਵਿੱਚ ਨਹੀਂ ਆਉਂਦਾ, ਤੇ ਅਸੀਂ ਆਖਦੇ ਹਾਂ ਵੀ ਇਹ ਉਹਦੇ ਕੋਲ ਕਰਾਮਾਤ ਹੈ। ਜਦੋਂ ਸਤਿਗੁਰ ਜੀ ਸਿੱਧਾਂ ਕੋਲ, ਜੋਗੀਆਂ ਕੋਲ, ਇਹਨਾਂ ਲੋਕਾਂ ਦੇ ਕੋਲ ਪਹੁੰਚਦੇ ਆ, ਉਹ ਬੜੀਆਂ ਕਰਾਮਾਤ ਵਿਖਾਉਂਦੇ ਆ। ਪਰ ਜਿਸ ਵਕਤ ਉਹ ਆਪਣਾ ਟਿੱਲ ਲਾ ਕੇ, ਜ਼ੋਰ ਲਾ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਇਹਦੇ ਨਾਲ ਸੰਸਾਰ ਦਾ ਕੀ ਭਲਾ ਹੋਏਗਾ, ਇਹਦੇ ਨਾਲ ਕਿਸੇ ਦੂਜੇ ਦਾ ਕੀ ਸਵਰੇਗਾ, ਕਿਸੇ ਨੂੰ ਕੁਝ ਮਿਲੇਗਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਬਾਬੇ ਦੇ ਕੋਲ ਕਰਾਮਾਤ ਕਿਹੜੀ ਹੈ? ਸ਼ਬਦ ਦੀ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਸ ਆਪਣਾ ਪੰਥ ਨਿਰਾਲਾ। ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ। ਸਾਡੇ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ ਇਹ ਕਥਨ ਹੈ ਕਿ ਸੱਚੇ ਨਾਮ ਤੋਂ ਬਿਨਾਂ, ਪਰਮੇਸ਼ਰ ਦੀ ਯਾਦ ਤੋਂ ਬਿਨਾਂ, ਸ਼ਬਦ ਤੋਂ ਬਿਨਾਂ, ਸਾਹਿਬ ਕਹਿੰਦੇ ਸਾਡੇ ਕੋਲ ਕੋਈ ਹੋਰ ਕਰਾਮਾਤ ਨਹੀਂ ਹੈ। ਕਰਾਮਾਤ ਆਖਿਆ ਕਹਿਰ ਦਾ ਨਾਂ ਹੈ। ਜੇ ਉਹਦੇ ਰਾਹ ਤੇ, ਉਹਦੇ ਮਾਰਗ ਤੇ ਤੁਰਨਾ, ਫਿਰ ਉਹਦੇ ਭਾਣੇ ਵਿੱਚ ਤੁਰਨਾ ਹੈ। ਫਿਰ ਜੋ ਉਹਨੂੰ ਚੰਗਾ ਲੱਗਦਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਹੁਣ ਆਖਿਆ ਉਹ ਕਰਾਮਾਤ ਹੋਈ, ਤੇ ਵੇਖੋ
ਇਹ ਕਿੰਨੀ ਵੱਡੀ ਕਰਾਮਾਤ ਹੈ। ਜਿਹੜੇ ਲੋਕ ਧਾਰਮਿਕ ਉਪਦੇਸ਼ ਸੁਣ ਨਹੀਂ ਸਨ ਸਕਦੇ, ਜੇ ਉਹ ਧਾਰਮਿਕ ਅਸਥਾਨ ਦੇ ਪਿੱਛੋਂ ਦੀ ਗੁਜ਼ਰਦੇ ਉਹਨਾਂ ਦੇ ਕੰਨ ਵਿੱਚ ਸ਼ਲੋਕ ਪੈਂਦਾ ਤਾਂ ਵੀ ਉਹਨਾਂ ਦੇ ਕੰਨ 'ਚ ਸਿੱਕਾ ਢਾਲ ਕੇ ਪਾਇਆ ਜਾਂਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ, ਆਖਿਆ ਆਵੋ ਬਾਣੀ ਗਾਵੀਏ, ਆਵੋ ਉਸ ਰੱਬ ਦੇ ਪਿਆਰੇ ਦੇ ਨਾਮ ਨਾਲ ਜੁੜੀਏ। ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹਦੇ ਤੋਂ ਵੱਡੀ ਕਰਾਮਾਤ ਕੀ ਹੋਏਗੀ? ਜਿਹੜੇ ਲੋਕ ਇਹ ਕਹਿੰਦੇ ਸਨ ਅਸੀਂ ਕਦੇ ਨੰਗੀ ਕਰਦ ਵੀ ਫੜ ਕੇ ਨਹੀਂ ਵੇਖੀ ਮੁਗਲਾਂ ਨਾਲ, ਇਹ ਜ਼ੁਲਮ ਨਾਲ ਕਿਵੇਂ ਲੜਾਂਗੇ? ਸਾਹਿਬ ਨੇ ਆਖਿਆ ਇੱਥੇ ਚਿੜੀਆਂ ਵੀ ਬਾਜਾਂ ਨੂੰ ਤੋੜਨਗੀਆਂ। ਇਹਦੇ ਤੋਂ ਵੱਡੀ ਕਰਾਮਾਤ ਕੀ ਹੋਏਗੀ? ਮਹਾਰਾਜ ਨੇ ਰਾਜ ਭਾਗ ਲੈ ਕੇ ਦਿੱਤਾ, ਸਾਨੂੰ ਇਸ ਰਾਜ ਦੇ ਹਾਮੀ ਬਣਾਇਆ। ਇਹ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਹੈ। ਇੱਥੇ ਜਿਨ੍ਹਾਂ ਲੋਕਾਂ ਨੂੰ ਦਹਲੀਜ਼ ਤੇ ਨਹੀਂ ਸਨ ਚੜ੍ਹਨ ਦਿੰਦੇ, ਆਖਿਆ ਉਹ ਆਲਮ ਫਾਜ਼ਲ ਹੋਣਗੇ, ਵਿਦਵਾਨ ਹੋਣਗੇ, ਉਹ ਉਪਦੇਸ਼ ਕਰਨ ਵਾਲੇ ਬਣਨਗੇ। ਗੁਰੂ ਅੰਗਦ ਸਾਹਿਬ ਪਾਤਸ਼ਾਹ ਕਿਰਪਾ ਕੀਤੀ, ਨਾਨਕ ਸਾ ਕਰਮਾਤ ਸਾਹਿਬ ਤੁਠੈ, ਜੋ ਮਿਲੈ। ਜਦੋਂ ਸਾਹਿਬ ਤਰੁੱਠਦਾ ਹੈ ਫਿਰ ਉੱਥੋਂ ਜੋ ਮਿਲਦਾ, ਆਖਿਆ ਇਹ ਕਰਾਮਾਤ ਹੈ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਆਖਿਆ ਉਸ ਪਿਆਰੇ ਦੀਆਂ ਸਾਰੀਆਂ ਦਾਤਾਂ ਨੇ, ਉਹਦੇ ਅੱਗੇ ਹੁਕਮ ਨਹੀਂ ਚੱਲਦਾ, ਅਰਦਾਸ ਚੱਲਦੀ ਹੈ। ਇੱਕ ਜਾਂ ਗੰਦੇ ਨਾਲ ਹਨ, ਇੱਕ ਨਾ ਸੁਤਿਆਂ ਦੇ ਉਠਾਲ। ਜਿਹਦੇ ਤੇ ਉਹ ਤਰੁੱਠਦਾ, ਜਿਹਦੇ ਤੇ ਮਿਹਰ ਕਰਦਾ, ਬਖਸ਼ਿਸ਼ ਕਰਦਾ, ਹੋ ਸਕਦਾ ਵੀ ਉਹ ਸੁਤਿਆਂ ਨੂੰ ਉਠਾਲ ਕੇ ਦੇਵੇ। ਹੁੰਦਾ ਨਾ, ਆਪਾਂ ਆਖਦੇ ਜੀ ਬਹੁਤ ਸਮਾਂ ਇੱਦਾਂ ਉਮਰ ਦਾ ਗੁਜ਼ਾਰ ਲਿਆ, ਪਰ ਜਦੋਂ ਉਹ ਤਰੁੱਠਿਆ ਉਹਨੇ ਆਖਿਆ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰ। ਉਹਨੇ ਆਖਿਆ ਅੰਮ੍ਰਿਤ ਬਾਣੀ ਨਾਲ ਜੁੜਿਆ ਕਰ। ਤੇਰੇ ਕੋਲ ਤੇ ਇਹ ਮਨੁੱਖੀ ਜਾਮਾ ਹੈ, ਤੇਰੇ ਕੋਲ ਤੇ ਸੁਰਤ ਸੋਝੀ ਹੈ। ਆ ਵੇਖ ਇੱਕ ਵਾਰ ਕੁਦਰਤ ਵੱਲ, ਅੰਮ੍ਰਿਤ ਵੇਲੇ ਉੱਠ ਕੇ ਵੇਖ, ਚਿੜੀ ਚੌਕੀ ਪੌ ਫੁੱਟੀ ਵਗਣ ਬਹੁਤ ਤਰੰਗ, ਅਸਚਰਜ ਕੌਤਕ ਸੰਤਨ ਰਚੇ ਨਾਨਕ ਨਾਮੇ ਰੰਗ। ਉਹਨੂੰ ਤੇ ਚਿੜੀਆਂ ਵੀ ਚਹਿਕਦੀਆਂ ਨੇ, ਚੇਤੇ ਕਰਦੀਆਂ। ਆ ਵੇਖ ਕੇ ਤੇ ਹਰਟਾਂ ਉਹਨੂੰ ਚੇਤੇ ਕਰਦੀਆਂ ਨੇ। ਹੁਣ ਸਤਿਗੁਰ ਨੇ ਸਾਨੂੰ ਇਸ ਰੱਬੀ ਨਾਮ ਨਾਲ ਜੋੜਿਆ। ਹਰਟ ਭੀ ਤੂੰ ਤੂੰ ਕਰੇ, ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੈ ਪੁਕਾਰ। ਹਰਟਾਂ ਵੀ ਉਹਦਾ ਨਾਮ ਜਪਦੀਆਂ, ਤੂੰ ਕਿਉਂ ਨਹੀਂ ਜਪਦਾ? ਤੇਰੇ ਕੋ ਸੋਝੀ ਹੈ, ਮਨੁੱਖਾ ਜਨਮ ਹੈ, ਕੀਮਤੀ ਸਮਾਂ ਹੈ। ਉਸ ਪਿਆਰੇ ਨੂੰ ਸਿਮਰਿਆ ਕਰ, ਚੇਤੇ ਕਰ। ਉਹ ਜਦੋਂ ਤਰੁੱਠਾ ਤੇ ਉਹਨੇ ਫਿਰ ਆਪਣੀ ਸੰਗਤ ਬਖਸ਼ੀ ਹੈ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ।
ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਉਹ ਤਰੁੱਠਾ ਉਹਨੇ ਰਹਿਮਤ ਕੀਤੀ, ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ। ਧਿਗ ਸਿੱਧੀ ਧਿਗ ਕਰਮਾਤ, ਨਾਮ ਤੋਂ ਬਿਨਾ ਪਹਿਨਣਾ ਤੇ ਖਾਣਾ ਆਖਿਆ ਬਾਦ ਹੈ, ਵਿਅਰਥ ਹੈ। ਤੇ ਤੇਰੇ ਵਾਸਤੇ ਸਿੱਧੀ ਵੀ ਧਿਗ ਹੈ ਤੇ ਕਰਮਾਤ ਵੀ ਧਿਗ ਹੈ। ਉਸ ਪਾਸੇ ਤੈਨੂੰ ਜਾਣ ਦੀ ਲੋੜ ਨਹੀਂ। ਸਾ ਸਿੱਧ ਸਾ ਕਰਮਾਤ ਹੈ, ਕਿਉਂਕਿ ਤੈਨੂੰ ਤੇ ਗੁਰੂ ਨੇ ਨਾਮ ਨਾਲ ਜੋੜਿਆ, ਸਿਫਤ ਸਲਾਹ ਨਾਲ ਜੋੜਿਆ, ਬੰਦਗੀ ਨਾਲ ਜੋੜਿਆ। ਤੇਰੇ ਕੋਲ ਤੇ ਇਹੀ ਸਭ ਤੋਂ ਵੱਡੀ ਸਿੱਧੀ ਤੇ ਕਰਮਾਤ ਹੈ। ਤੇ ਉਹ ਹੈ ਜਦੋਂ ਉਹ ਤਰੁੱਠਦਾ ਹੈ। ਅਚਿੰਤ ਕਰੇ ਜਿਸ ਦਾਤ, ਜਦੋਂ ਉਹ ਅਚਿੰਤ ਚੇਤੇ ਵਿੱਚ ਵੀ ਨਹੀਂ ਹੁੰਦਾ ਤੇ ਉਹ ਦਾਤ ਬਖਸ਼ ਦਿੰਦਾ ਹੈ। ਗੁਰੂ ਕੀ ਬਾਣੀ ਕਾ ਪਾਠ ਕਰਦੇ ਹਾਂ। ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ। ਮਗਲਾ ਮਹਾਰਾਜ ਨੇ ਆਖਿਆ ਉਹ ਬਿਰਤੀ ਜਿਹੜੀ ਹਮੇਸ਼ਾ ਠੱਗ ਬਿਰਤੀ ਹੈ, ਜਿਹੜੀ ਇਸ ਝਾਕ ਵਿੱਚ ਹੈ ਵੀ ਕਿਸੇ ਦੂਜੇ ਦਾ ਖੋਹਣਾ ਕਿਵੇਂ ਹੈ। ਇਹ ਸੰਸਾਰ ਰੂਪੀ ਦਰਿਆ ਹੈ, ਇਹਦੇ ਤੇ ਬੰਗਲਾ ਬਿਰਤੀ ਲੈ ਕੇ ਬੈਠੇ ਆ। ਤੇ ਇਹ ਬਿਰਤੀ ਲੈ ਕੇ ਬੈਠੇ ਆ ਵੀ ਉਹ ਵੀ ਮੇਰੇ ਕੋ ਆ ਜਾਏ, ਉਹ ਵੀ ਮੇਰੇ ਕੋ ਆ ਜਾਏ, ਆ ਵੀ ਮੇਰਾ ਹੋ ਜਾਏ, ਆ ਵੀ ਮੇਰਾ ਹੋ ਜਾਏ। ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋ, ਅਚਿੰਤੇ ਬਾਜ ਪਏ। ਗੁਰੂ ਕੀ ਬਾਣੀ ਨੂੰ ਵਿਚਾਰੀਏ, ਸਾਹਿਬ ਦੀ ਬਾਣੀ ਪੜ੍ਹੀਏ। ਮਹਾਰਾਜ ਨੇ ਵੇਖੋ ਕਿੰਨਾ ਪਿਆਰਾ ਨੁਕਤਾ ਦਿੱਤਾ। ਆਖਿਆ ਹੰਝ ਹੰਸ ਵੀ ਅੰਦਰ ਸੀ, ਪਰ ਹੰਸ ਬਿਰਤੀ ਅਜੇ ਜਾਗੀ ਨਹੀਂ ਸੀ, ਕਿਉਂਕਿ ਗੁਰੂ ਨਾਲ ਮੇਲ ਨਹੀਂ ਸੀ ਹੋਇਆ। ਜਦੋਂ ਗੁਰੂ ਨਾਲ ਪਿਆਰੇ ਨਾਲ ਮੇਲ ਹੋਇਆ, ਇਹ ਜਿਹੜਾ ਹੰਝ ਸੀ, ਹੰਸ ਸੀ, ਇਹ ਜਾਗ ਪਿਆ। ਕੇਲ ਕਰਿੰਦੇ ਹੰਝਨੋ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਬੰਗਲਾ ਬਿਰਤੀ ਵਾਲੀਆਂ ਕੇਲਾਂ ਸਾਰੀਆਂ ਭੁੱਲ ਗਿਆ। ਆਖਿਆ ਸਤਿਗੁਰੂ ਸੱਚੇ ਪਾਤਸ਼ਾਹ, ਜੋ ਤੂੰ ਜੀਵਨ ਦੇਵੇਂਗਾ ਉਹ ਜੀਵਾਂਗੇ। ਆਪਣੀ ਚਤੁਰਾਈ ਤੇ ਸਿਆਣਪ ਛੱਡ ਦਿੱਤੀ। ਜੋ ਮਨ ਚੇਤਨਾ ਚੇਤੇ ਸਨ, ਸੇ ਗੱਲ ਨੀ ਰੱਬ ਕੀਆਂ। ਜਿਹੜੀਆਂ ਕਦੇ ਚਿੱਤ ਚੇਤੇ ਵਿੱਚ ਵੀ ਨਹੀਂ ਸਨ, ਉਹ ਗੱਲਾਂ ਵੀ ਰੱਬ ਨੇ ਕੀਤੀਆਂ। ਆਖਿਆ ਬੜੀ ਸ਼ਰਾਬ ਪੀਂਦੇ ਸਨ, ਨਸ਼ਾ ਕਰਦੇ ਸਨ, ਕਦੇ ਸੋਚਿਆ ਵੀ ਨਹੀਂ ਸੀ ਵੀ ਉਹ ਮਾਲਕ ਸਾਨੂੰ ਆਪਣੇ ਦਰ ਦਾ ਪਿਆਰ ਬਖਸ਼ ਦੇਗਾ। ਜਿਹੜੀਆਂ ਗੱਲਾਂ ਚੇਤੇ ਵਿੱਚ ਵੀ ਨਹੀਂ ਸਨ, ਉਹ ਵੀ ਰੱਬ ਦੇ ਘਰ ਵਿੱਚ ਹੁੰਦੀਆਂ ਨੇ। ਇਹ ਕਰਮਾਤ ਹੈ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਜਦੋਂ ਕੋਈ ਆਖੇ ਨਾ ਵੀ ਕਦੇ ਸੋਚਿਆ ਵੀ ਨਹੀਂ ਸੀ ਐਸਾ ਹੋ ਜਾਏਗਾ, ਪਰ ਉਸ ਮਾਲਕ ਪਿਆਰੇ ਨੇ ਐਸਾ ਕਰਮ, ਐਸੀ ਦਇਆ, ਐਸੀ ਰਹਿਮਤ ਕੀਤੀ ਆ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਆ। ਤੁਸੀਂ ਭਾਈ ਕਾਰਜ ਸਿੰਘ ਹੋਰਾਂ ਨੂੰ, ਜੋ ਦਰਬਾਰ ਸਾਹਿਬ ਦੇ ਰਾਗੀ ਸਿੰਘ ਆ, ਉਹਨਾਂ ਨੂੰ ਸੁਣਦੇ ਹੋ, ਜਾਣਦੇ ਹੋ। ਉਹ ਸਾਡੇ ਨੇੜੇ ਪਿੰਡ ਦੇ ਆ ਤੇ ਉਹ ਇਹ ਜ਼ਿਕਰ ਕਰਦੇ ਆ ਵੀ ਮੇਰਾ ਵੱਡਾ ਭਰਾਤਾ ਉਹ ਦਮਦਮੀ ਟਕਸਾਲ ਉੱਥੇ ਕੀਰਤਨ ਸਿੱਖਦਾ ਸੀ।
ਤੇ ਅਸੀਂ ਦੋ ਭਰਾ ਘਰੇ ਉਹਨਾਂ ਸਮਿਆਂ 'ਚ, ਪੁਰਾਣੇ ਵਕਤਾਂ 'ਚ ਘਰ ਦਾ ਕੰਮ ਕਾਰ ਕਰਦੇ। ਆਖਿਆ ਇੱਕ ਦਿਨ ਘਰ ਵਿੱਚ ਚਾਚੇ ਦੇ ਪੁੱਤਰ ਦਾ ਵਿਆਹ, ਤੇ ਮੈਨੂੰ ਭੇਜਿਆ ਸਾਈਕਲ 'ਤੇ, ਕੱਪੜੇ ਬਾਜ਼ਾਰ ਵਿੱਚੋਂ ਲੈ ਕੇ ਆਉਣੇ ਸਨ। ਮੇਰੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਮੈਂ ਸਾਈਕਲ ਉੱਥੇ ਅੱਡੇ 'ਤੇ ਲਾਇਆ, ਦੁਕਾਨ ਵਾਲੇ ਨੂੰ ਆਖਿਆ ਵੀ ਉਹਨਾਂ ਨੂੰ ਕਹਿ ਦੇਈ ਮੈਂ ਟਕਸਾਲ ਵਿੱਚ ਚਲਿਆ ਗਿਆ। ਉਹ ਜਦੋਂ ਕਹਿਣ ਲੱਗੇ, ਮੈਂ ਆਪਣੇ ਭਰਾ ਕੋਲ ਗਿਆ, ਉਹਨੇ ਮੈਨੂੰ ਵੇਖਿਆ, ਉਹਨੇ ਵੀ ਝਿੜਕਿਆ ਵੀ ਘਰੋਂ ਆ ਗਿਆ ਤੇ ਘਰ ਦਾ ਕੰਮ ਕੌਣ ਕਰੇਗਾ। ਤੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਐਸੀ ਬਖਸ਼ਿਸ਼ ਰਹਿਮਤ, ਉਹਨੇ ਆਪਣੇ ਘਰ ਦੀ ਸੇਵਾ ਲੈਣੀ ਸੀ। ਇਸ ਝਿੜਕ ਕਰਕੇ, ਇਸ ਕਰਮ ਕਰਕੇ ਉਸ ਮਾਲਕ ਨੇ ਮੈਨੂੰ ਨਿਵਾਜਿਆ। ਭਾਵੇਂ ਭਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੈ, ਪਰ ਜਿਹੜੀ ਵਡਿਆਈ, ਜਿਹੜੀ ਉਸ ਪਿਆਰੇ ਨੇ ਦਾਤ ਨਾਲ ਦਾਸ ਨੂੰ, ਸੇਵਕ ਨੂੰ ਨਿਵਾਜਿਆ, ਇਹ ਉਹਦੀ ਮਿਹਰ ਹੈ। ਉਹ ਤਰੁੱਠ ਕੇ ਦਾਤ ਬਖਸ਼ਦਾ ਹੈ। ਐਸੇ ਬੇਅੰਤ ਜੀਵਨ ਅਸੀਂ ਵੇਖਾਂਗੇ ਜਿਨ੍ਹਾਂ ਤੇ ਉਹ ਪਿਆਰੇ ਨੇ ਰਹਿਮਤ ਕੀਤੀ ਆ। ਸਾਹਿਬ ਤੁਠੈ ਜੋ ਮਿਲੇ, ਅਖੀਰਲਾ ਸ਼ਲੋਕ ਇਸ ਪੌੜੀ ਦਾ। ਮਹੱਲਾ ਦੂਜਾ। ਇਹ ਕਨੇਹੀ ਚਾਕਰੀ, ਜਿਤ ਭਉ ਖਸਮ ਨਾ ਜਾਏ। ਹੁਣ ਕਹਿੰਦੇ ਇਹ ਕਿਹੜੀ ਚਾਕਰੀ ਹੈ, ਇਹ ਕਿਹੜੀ ਨੌਕਰੀ ਹੈ, ਇਹ ਕਿਹੜੀ ਸੇਵਕੀ ਹੈ ਜਿੱਥੇ ਮਾਲਕ ਦਾ, ਪਿਆਰੇ ਦਾ ਭਉ ਬਣਿਆ ਰਵੇ, ਡਰ ਬਣਿਆ ਰਵੇ। ਸੌਖਾ ਸਮਝ ਲਈਏ ਵੀ ਜਦੋਂ ਮਾਲਕ ਸਿਰ ਤੇ ਹੋਵੇ ਤੇ ਉਹਦੇ ਡਰ ਵਿੱਚ, ਉਹਦੇ ਭਉ ਵਿੱਚ ਬੰਦਾ ਕੰਮ ਕਰਦਾ ਵੀ ਮਾਲਕ ਵੇਖ ਰਿਹਾ, ਮੈਂ ਇਹਦੇ ਸਾਹਮਣੇ ਆ ਵੀ ਕੰਮ ਕਰ ਲਾਂ, ਆ ਵੀ ਕੰਮ ਕਰ ਲਾਂ। ਤੇ ਜਦੋਂ ਮਾਲਕ ਪਾਸੇ ਹੋ ਗਿਆ, ਫਿਰ ਚਾਕਰੀ ਛੱਡਤੀ। ਜਿਵੇਂ ਅਸੀਂ ਇਹ ਅਕਸਰ ਆਖਦੇ ਹਾਂ ਵੀ ਗੁਰੂ ਘਰ ਹੈ, ਇੱਥੇ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ। ਇਹ ਵਕਤੀ ਭਉ ਹੈ, ਡਰ ਹੈ, ਪਰ ਅਸਲ ਵਿੱਚ ਉਹ ਚਾਕਰ ਹੈ ਮਾਲਕ ਦਾ, ਜਿਹੜਾ ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਹੋਵੇ ਤਾਂ ਵੀ ਉਹ ਗੁਰੂ ਕਾ ਅਦਬ ਰੱਖੇ ਵੀ ਆਪਾਂ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ, ਆਪਾਂ ਬੁਰੇ ਪਾਸੇ ਪੈਰ ਨਹੀਂ ਪਾਉਣਾ, ਕਿਉਂਕਿ ਸਾਡੇ ਗੁਰੂ ਦਾ, ਸਾਡੇ ਮਾਲਕ ਦਾ ਹੁਕਮ ਹੈ। ਆਖਿਆ ਉਹ ਚਾਕਰੀ ਕਾਹਦੀ ਹੋਈ ਜਦੋਂ ਤੇ ਮਾਲਕ ਸਾਹਮਣੇ ਹੈ, ਤੇ ਵਕਤੀ ਤੌਰ ਤੇ ਉਹਦੇ ਡਰ ਵਿੱਚ, ਉਹਦੇ ਭੈ ਵਿੱਚ ਆਖਣਾ ਵੀ ਮੈਂ ਇਹਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਵਾਂ, ਤੇ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਇਹ ਚਾਕਰੀ ਨਹੀਂ। ਚਾਕਰੀ ਤੇ ਉਹ ਹੈ ਜਿੱਥੇ ਉਸ ਪਿਆਰੇ ਦਾ ਡਰ ਨਾ ਹੋ ਕੇ ਉਸ ਪਿਆਰੇ ਦਾ ਅਦਬ ਹੋਵੇ ਵੀ ਇਹ ਕਰਮ ਮੇਰੇ ਮਾਲਕ ਨੇ ਆਖਿਆ ਤੇ ਮੈਂ ਹਰ ਹਾਲਤ ਵਿੱਚ ਕਰਨਾ ਹੈ। ਏਕ ਨੇਹੀ ਚਾਕਰੀ, ਜਿਤ ਭਉ ਖਸਮ ਨਾ ਜਾਏ। ਨਾਨਕ ਸੇਵਕ ਕਾਂਢੀਐ। ਇਹ ਸ਼ਬਦ ਕਾਂਢੀਏ ਦਾ ਭਾਵ ਹੈ ਆਖਿਆ ਜਾਂਦਾ ਹੈ। ਸੇਵਕ ਉਹਨੂੰ ਆਖਿਆ ਜਾਂਦਾ ਜੇ ਸੇਤੀ ਖਸਮ ਸਮਾਏ, ਜੇ ਸੇਤੀ ਖਸਮ ਸਮਾਏ। ਜਿਹੜਾ ਮਾਲਕ ਦੇ ਭਾਣੇ ਵਿੱਚ ਖਸਮ ਦੀ ਰਜ਼ਾ ਵਿੱਚ ਤੁਰਿਆ, ਆਖਿਆ ਉਹ ਸੇਵਕ ਹੈ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਤੇ ਜਦੋਂ ਸਤਿਗੁਰ ਦਾ ਮਨ ਮੰਨ ਗਿਆ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਸੇਵਾ ਕੀਤੀ ਉਹ ਪ੍ਰਵਾਨ ਹੈ ਜਿਹੜੀ ਸਤਿਗੁਰ ਦੇ
ਮਨ ਨੂੰ ਭਾ ਜਾਏ ਲੱਗ ਜਾਏ। ਤੇ ਕਹਿੰਦੇ ਪਤਾ ਕਿਵੇਂ ਲੱਗੇ ਵੀ ਸੇਵਾ ਕੀਤੀ ਪ੍ਰਵਾਨ ਹੋਈ ਹੈ? ਜਦੋਂ ਜੀਵਨ ਚੋਂ ਪਾਪ ਮੁੱਕ ਜਾਏ, ਜਦੋਂ ਕਸੰਬਲ ਮੁੱਕ ਜਾਣ, ਸਮਝ ਲਈ ਤੇਰੀ ਸੇਵਾ ਉਹਦੇ ਦਰ ਤੇ ਪ੍ਰਵਾਨ ਹੋ ਗਈ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਬਚਨ, ਆਸਾ ਕੀ ਵਾਰ ਦੀ 23ਵੀਂ ਪੌੜੀ, 2 ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਇੱਥੇ ਵਿਚਾਰ ਸੰਪੂਰਨ ਹੋਈ। ਸਤਿਗੁਰੂ ਦਇਆ ਤਰਸ ਰਹਿਮਤ ਕਰੇ, ਇਸੇ ਤਰ੍ਹਾਂ ਆਪਣੇ ਚਰਨਾਂ ਦਾ ਪਿਆਰ ਬਖਸ਼ੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ।